तो हुण गल करते हैं हरियाणा के किसान आगू गुरनाम चढ़ूणी के नाल जो विवाद जुड़िया होया सी उस सुलझ गया है। संयुक्त किसान मोर्चे दे विच चढ़ूणी दी वापसी हो गई है। चढ़ूणी ने सियासी प्रोग्राम विच शामिल ना होने का भरोसा दिता है ते इस भरोसे तो बाद संयुक्त किसान मोर्चे दे वल्लों लिखती भरोसा जो दिता गया चढ़ूणी वल्लों उन्हां दी सस्पेंशन उस भरोसे तो बाद वापस ले लिया गया है। गुरनाम चढ़ूणी पहला वांग ही मोर्चे का हिस्सा भी बने रहणगे। सियासी लीडरां नाल चढ़ूणी दी मुलाकात तो बाद जो विवाद भखिया सी आखिरकार वो खत्म हो गया है। हुण चढ़ूणी मुलाकातां जो सरकार दे नाल होणगियां उन्हां दा भी हिस्सा रहणगे, किसान अंदोलन का भी हिस्सा बने रहणगे। इस पूरे विवाद ते गुरनाम चढ़ूणी ने की सफाई दी सी ते किसान मोर्चा चढ़ूणी दे किहड़े भरोसे तो संतुष्ट होया, आओ तुहानूं सुणाउने आ। मैं तो दस्या वो कमेटी भी होरां ने बनाई है, मैं तो कमेटी भी नहीं बनाई। मैं तो कमेटी भी नहीं बनाई। ਜਿਹੜੇ ਕਹਿੰਦੇ ਨੇ ਮੈਂ ਉਹਦੀ ਪ੍ਰਧਾਨਗੀ ਕੀਤੀ, ਦੱਸੋ ਮੈਂ ਕਿਹੜੀ ਪ੍ਰਧਾਨਗੀ ਕੀਤੀ? ਮੈਂ ਉਹਦੀ ਪ੍ਰਧਾਨਗੀ ਵੀ ਨਹੀਂ ਕੀਤੀ। ਇਹ ਤੇ ਉਹ ਡਰਾਮਾ ਕਰਤਾ ਖੜਾ। ਮੈਂ ਕੇਵਲ ਸ਼ਾਮਲ ਹੋਇਆ ਉਹਦੇ 'ਚ ਤੇ ਸ਼ਾਮਲ ਹੋਣਾ ਕੋਈ ਗੁਨਾਹ ਨਹੀਂ ਹੈ। ਮੇਰੀ ਵਿਚਾਰਧਾਰਾ ਐਵੇਂ ਹੋ ਗਿਆ, ठीक है। संयुक्त किसान मोर्चे वालों मैंने कह दिता जाता, ऑर्डर दे दिता जाता, नहीं होना ना भी होंदा, हुण कह देणगे नहीं होना नहीं होगा। ये डिस्प्यूट किते है ही नहीं। ये कोई जल्दबाजी हुई है। हाँ, ये कह लो जल्दबाजी हुई है या जल्दबाजी हुई है या फिर कह लो बई किते ना किते कोई जो टब्बर च हुंदा फिर वो जलन किते पैदा हो जाती है, किते फुट गई। चढ़ूणी जी ने लिखित अपना स्पष्टीकरण दिया। उन्होंने साफ किया कि कल की जो मीटिंग हुई थी वो उन्होंने अपनी निजी हैसियत में की थी, संयुक्त मोर्चा से इसका कोई ताल्लुक नहीं था। उन्होंने बताया कि संयुक्त किसान मोर्चा के साथ वो थे, हैं और रहेंगे, और इस पूरे अनुभव से एहसास करते हुए उन्होंने स्पष्टीकरण दिया है कि इस आंदोलन के दौरान वो किसी भी पॉलिटिकल मीटिंग में और हिस्सा नहीं लेंगे। और उनका स्पष्टीकरण आने के बाद कमेटी ने फैसला किया कि अब इसको स्वीकार करते हुए इस पूरे विवाद को अब समाप्त करते हैं। चढ़ूणी जी कल से हमारी 7 मेंबरी कमेटी में और जो हमारा डेलीगेशन है उसमें बदस्तूर जाएंगे और हमारी एकता पहले की तरह बरकरार रहेगी। ਤਾਂ ਕਿਸਾਨ ਅੰਦੋਲਨ ਨੂੰ ਸ਼ੁਰੂ ਤੋਂ ਹੀ ਪੰਜਾਬੀ ਕਲਾਕਾਰਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਪੰਜਾਬੀ ਗਾਇਕ ਵੀ ਲਗਾਤਾਰ ਅੰਦੋਲਨ 'ਚ ਡਟੇ ਹੋਏ ਨੇ। ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮਾ ਦੇ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਪੁਲਰਜੀਤ ਨੇ। ਪੰਜਾਬ ਦੇ ਵਿੱਚ ਇਦਾਂ ਦਾ ਹੀ ਮਾਹੌਲ ਹੈ। ਕਿਸਾਨੀ ਮੋਰਚੇ ਨੂੰ ਦਿੱਲੀ ਦੀਆਂ ਸੜਕਾਂ ਦੇ ਉੱਪਰ ਲੱਗੇ ਨੂੰ ਕਰੀਬ 2 ਮਹੀਨੇ ਦਾ ਸਮਾਂ ਹੋ ਚੱਲਿਆ, ਔਰ ਸਭ ਤੋਂ ਵੱਡਾ ਰੋਲ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਨੌਜਵਾਨੀ ਦਾ ਹੈ। ਨੌਜਵਾਨੀ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਸਾਡੇ ਆਗੂ ਨੇ, ਕਿਸਾਨ ਆਗੂ ਨੇ, ਉਹਨਾਂ ਦੇ ਨਾਲ ਖੜੇ ਨੇ। ਔਰ ਕਿਤੇ ਨਾ ਕਿਤੇ ਗਾਇਕ ਭਰਾਵਾਂ ਦੀ ਗੱਲ ਕਰੀ ਜਾਵੇ ਤਾਂ ਉਹਨਾਂ ਦਾ ਵੀ ਅਹਿਮ ਰੋਲ ਆ, ਕਿਉਂਕਿ ਉਹਨਾਂ ਨੇ ਆਪਣੀ ਲੇਖਣੀ ਰਾਹੀਂ, ਗਾਇਕੀ ਰਾਹੀਂ ਉਹਨਾਂ ਦੇ ਵਿੱਚ ਜਾਨ ਫੂਕੀ। ਸਾਡੇ ਨਾਲ ਇਸ ਵੇਲੇ ਟਿੱਕਰੀ ਬਾਰਡਰ ਦੇ ਉੱਪਰ ਕੰਵਰ ਗਰੇਵਾਲ ਤੇ ਹਰਫ ਚੀਮਾ ਸਾਡੇ ਨਾਲ ਮੌਜੂਦ ਨੇ। ਗੱਲ ਬੜੈਚ ਬਾਈ ਵੀ ਇੱਥੇ ਨੇ, ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੰਵਰ ਜੀ, ਸਭ ਤੋਂ ਪਹਿਲਾਂ ਜਦੋਂ ਆਗਾਜ਼ ਹੋਇਆ ਸੀ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਇਹ ਕਿਸਾਨੀ ਅੰਦੋਲਨ ਇੰਨਾ ਵੱਡੇ ਪੱਧਰ ਤੇ ਹੋ ਜਾਊਗਾ, ਕਿਉਂਕਿ ਨੌਜਵਾਨਾਂ ਦਾ ਕਿਤੇ ਨਾ ਕਿਤੇ ਖਤਰਾ ਸੀ ਕਿ ਸ਼ਾਇਦ ਟਰੈਕ ਤੋਂ ਗੱਡੀ ਉੱਤਰ ਨਾ ਜਾਵੇ। ਪਰ ਜਿਸ ਤਰੀਕੇ ਦੇ ਨਾਲ ਗਾਇਕ ਭਾਈਚਾਰੇ ਨੇ ਅੱਗੇ ਆ ਕੇ ਉਸ ਦੀ ਨੁਮਾਇੰਦਗੀ ਕੀਤੀ ਆ, ਤਾਂ ਜੋ ਉਸ ਦਾ ਨਤੀਜਾ ਆਪਾਂ ਸ਼ਰੇਆਮ ਦੇਖ ਰਹੇ। ਦੇਖੋ, ਇੰਜਨ ਦਾ ਕੰਮ ਤਾਂ ਵੱਡੇ ਬਾਈ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਆਗੂ ਸਾਹਿਬਾਨ ਹੈ, ਜਿਵੇਂ ਟਿਕਾਉਂਦਾ ਜਥੇਬੰਦੀ ਤੋਂ ਸਾਡੇ ਸੂਬਾ ਪ੍ਰਧਾਨ ਬਾਪੂ ਜੁਣੀ ਬੈਠੇ ਆ, ਹੈ ਨਾ, ਇਹਨਾਂ ਦੇ ਨਾਲ ਇਹਨਾਂ ਦੇ ਸਾਰੇ ਸਾਥੀ ਜਿਹੜੇ ਹੋਰ ਜਥੇਬੰਦੀਆਂ ਦੇ ਆਗੂ ਨੇ। ਮੇਨ ਕੰਮ ਤਾਂ ਇਹਨਾਂ ਦਾ ਹੈ, ਕਿਉਂਕਿ ਕ੍ਰੈਡਿਟ ਤਾਂ ਸਾਰਾ ਇਹਨਾਂ ਦਾ, ਕਿਉਂਕਿ ਅੱਜ ਤਾਂ ਠੀਕ ਹੈ ਜੇ ਓਨੈਸਟਲੀ ਗੱਲ ਕਰੀਏ 4 ਮਹੀਨੇ ਤੋਂ ਚਲੋ ਸਾਨੂੰ ਮਹਾਰਾਜ ਨੇ ਇੱਧਰਲੇ ਪਾਸੇ ਲਾਇਆ, ਪਰ ਇਹਨਾਂ ਦੀਆਂ ਸਾਲਾਂ ਬੱਧੀ ਦਹਾਕਿਆਂ 'ਚ ਗਿਣ ਸਕਦੇ ਹਾਂ ਆਪਾਂ। ਕਈ ਦਹਾਕੇ ਹੋ ਗਏ ਇਹਨਾਂ ਨੂੰ ਇਹ ਜੰਗ ਲੜਦਿਆਂ ਨੂੰ। ਸੋ ਅੱਜ ਬਸ ਇਸ ਗੱਲ ਦੀ ਖੁਸ਼ੀ ਹੈ ਜਦੋਂ ਇਹਨਾਂ ਕੋਲ ਬੈਠਦੇ ਹਾਂ ਤਾਂ ਇਹ ਸਾਨੂੰ ਅਸੀਸਾਂ ਦਿੰਦੇ ਆ ਕਿ ਪੁੱਤ ਅਸੀਂ ਇੰਨੇ ਟਾਈਮ ਦੇ ਕਾਫਲੇ ਬਣਾਉਂਦਿਆਂ ਦੇ ਲੱਗੇ ਆ, ਹੈ ਨਾ, ਇੰਨੇ ਸਾਲ ਲੰਘ ਗਏ ਸਾਨੂੰ ਮਸ਼ੱਕਤਾਂ ਕਰਦਿਆਂ ਨੂੰ, ਤਾਂ ਅੱਜ ਉਹ ਰੰਗ ਲੈ ਕੇ ਇਹ ਚੀਜ਼ ਤਾਂ ਠੀਕ ਹੈ। ਇਹ ਇੱਕ ਮੇਰੇ ਖਿਆਲ 'ਚ ਇੱਕ ਟੈਕਸਟ ਹੁੰਦਾ, ਇੱਕ ਸਬ ਟੈਕਸਟ ਹੁੰਦੇ ਨੇ। ਤਾਂ ਇਹ ਮੈਨੂੰ ਲੱਗਦਾ ਕਿ ਜਿਵੇਂ ਨੌਜਵਾਨਾਂ ਦਾ ਆ ਜਾਣਾ, ਕਲਾਕਾਰਾਂ ਦਾ ਆ ਜਾਣਾ, ਹੋਰ ਭਾਈਚਾਰਿਆਂ ਦਾ ਆ ਜਾਣਾ, ਅਤੇ ਸਾਰਿਆਂ ਦਾ ਇਹ ਇੱਕ ਮੁੱਠੀ 'ਚ ਹੋ ਜਾਣਾ, ਮੈਨੂੰ ਲੱਗਦਾ ਇਹਨਾਂ ਦੀ ਮਿਹਨਤ ਆ ਸਾਰਿਆਂ ਦੀ, ਕਿ ਉਹ ਜਿਹੜੀ ਕਮਾਈ ਹੈ ਹੁਣ ਮੇਰੇ ਖਿਆਲ 'ਚ ਵਿਜ਼ੂਅਲੀ ਸਾਨੂੰ ਸਾਰਿਆਂ ਨੂੰ ਦਿਖਣ ਲੱਗੀ ਹੈ। ਸਾਡਾ ਤਾਂ ਨਾ ਇੱਕੋ ਹੀ ਕੰਮ ਹੈ ਕਿ ਜਿਹੜਾ ਹਰ ਇੱਕ ਮੋਰਚੇ ਦਾ, ਹਰ ਇੱਕ ਸਭਾ ਦਾ ਇੱਕ ਰੰਗ ਹੁੰਦਾ ਆਪਣਾ, ਉਸ ਕਲਚਰ ਨੂੰ ਡਿਵੈਲਪ ਕਰਕੇ ਰੱਖਣਾ। ਮੇਰੇ ਖਿਆਲ 'ਚ ਸਾਡਾ ਕੰਟਰੀਬਿਊਸ਼ਨ ਉਹ ਹੈ। ਅਸੀਂ ਆਪਣੇ ਗੀਤਾਂ ਜ਼ਰੀਏ ਜਿਹੜਾ ਹੋਰ ਇੱਥੇ ਕੋਈ ਸਾਡੇ 'ਚ ਹੋਰ ਮਹਾਰਾਜ ਨੇ ਕਿਰਪਾ ਕੀਤੀ ਸੀ ਹੋਰ ਕੰਮ ਕਰ ਲਈਏ। ਕੋਈ ਹੋ ਸਕਦਾ ਸਾਨੂੰ ਮਹਾਰਾਜ ਕੋਈ ਸਫਾਈ ਵਾਲੇ ਪਾਸੇ ਲਾ ਦੇ, ਕੋਈ ਲੰਗਰ ਵਾਲੇ ਪਾਸੇ ਲਾ ਦੇ, ਜਾਂ ਗੀਤਾਂ ਵਾਲੇ ਪਾਸੇ ਲਾ ਦੇ, ਕੋਈ ਚੰਗੀਆਂ ਸਪੀਚਾਂ ਦੇਣ ਵਾਲੇ ਪਾਸੇ ਲਾ ਦੇ।
ਮੈਨੂੰ ਲੱਗਦਾ ਉਹ ਕੰਮ ਸਾਡੇ ਨੇ, ਸਾਨੂੰ ਉਹਨਾਂ ਵੱਲ ਵੱਧ ਧਿਆਨ ਦੇਣਾ ਚਾਹੀਦਾ। ਬਾਕੀ ਕੀ ਮੀਟਿੰਗਾਂ ਦੇ ਵਿੱਚ ਕੀ ਆ ਰਿਹਾ ਜਾਂ ਅੱਗੇ ਕਿਸ ਤਰ੍ਹਾਂ ਦੇ ਸਵਾਲ ਸਾਡੇ ਬਾਪੂ ਵੱਲੋਂ ਹੋਣਗੇ, ਉਹਨਾਂ ਦੇ ਜਵਾਬ ਕੀ ਹੋਣਗੇ, ਕਦੋਂ ਤੱਕ ਅੰਦੋਲਨ ਚੱਲੂਗਾ, ਮੈਨੂੰ ਲੱਗਦਾ ਇਹਨਾਂ ਦੇ ਨਿੱਗਰ ਸਵਾਲ ਸਾਡੇ ਆਗੂ ਸਾਹਿਬਾਨਾਂ ਕੋਲੇ ਆ। ਤਾਂ ਸਾਡੇ ਨਾਲ ਹਰਫ ਚੀਮਾ ਜੀ ਵੀ ਨੇ। ਹਰਫ ਬਾਈ, ਜਿਵੇਂ ਕਿ ਆਪਾਂ ਕਨਵਰ ਗਰੇਵਾਲ ਬਾਈ ਨੇ ਗੱਲ ਕੀਤੀ ਹੈ ਕਿ ਗਾਣਿਆਂ ਦੀ ਗੱਲ ਕੀਤੀ ਹੈ, ਸਾਡਾ ਜਿਹੜੀ ਤੁਹਾਡੀ ਸੇਵਾ ਤੁਸੀਂ ਬਾਖੂਬੀ ਨਿਭਾ ਰਹੇ ਹੋ, ਆਪਣੀ ਅੱਗੇ ਫਰੰਟ ਲਾਈਨ ਤੇ ਕਰ ਰਹੇ ਹੋ। ਮੈਨੂੰ ਲੱਗਦਾ ਜਦੋਂ ਸਮਾਜ ਦੇ ਵਿੱਚ ਵੱਡੀ ਤਬਦੀਲੀ ਆਉਂਦੀ ਆ, ਜਿਵੇਂ ਬਾਈ ਹੁਣਾਂ ਨੇ ਵੀ ਕਿਹਾ ਵੀ ਇਹਨਾਂ ਦੀਆਂ ਮਿਹਨਤਾਂ ਨੇ ਸਾਡੇ ਆਗੂਆਂ ਦੀਆਂ, ਸਾਨੂੰ ਸ਼ਾਇਦ ਇਹਨਾਂ ਦੀ ਗੱਲ ਸਮਝਣ 'ਚ ਦੇਰ ਲੱਗ ਗਈ, ਸਮਾਂ ਲੱਗ ਗਿਆ, ਪਰ ਹੁਣ ਸਾਨੂੰ ਸਮਝ ਆ ਗਈ। ਹੁਣ ਪੰਜਾਬ ਤਬਦੀਲੀ ਦੇ ਰਾਹ ਤੇ ਆ, ਅਸੀਂ ਕਦਮ ਪੱਟ ਚੁੱਕੇ ਆ। ਹਾਂ, ਜੇ ਅਸੀਂ ਆਹੀ ਭਾਵਨਾ ਜਿਹੜੀ ਅੱਜ ਅਸੀਂ ਅੰਦੋਲਨ ਦੇ ਵਿੱਚ ਲੈ ਕੇ ਬੈਠੇ ਆ, ਭਾਈਚਾਰਕ ਸਾਂਝ ਜਿਹੜੀ ਇੱਥੇ ਆ ਸਾਡੇ ਵਿੱਚ, ਸ਼ਹਾਦਤਾਂ ਦਾ ਸੇਕ ਆ ਜਿਹੜਾ ਅਸੀਂ ਮਹਿਸੂਸ ਕਰਦੇ ਆ ਇੱਥੇ ਬਹਿ ਕੇ, ਸੋ ਕਿਤੇ ਨਾ ਕਿਤੇ ਆ ਭਾਵਨਾ ਜਿਹੜੀ ਅੱਜ ਅੰਦੋਲਨ ਦੇ ਵਿੱਚ ਆ, ਹਰ ਇੱਕ ਇਨਸਾਨ ਦੀ ਜਿਹੜਾ ਅੰਦੋਲਨ 'ਚ ਬੈਠਾ, ਮੈਨੂੰ ਲੱਗਦਾ ਵੀ ਜੇ ਇਹੀ ਭਾਵਨਾ ਅਸੀਂ ਲੈ ਕੇ ਪੰਜਾਬ ਵਾਪਸ ਮੁੜ ਗਏ ਜਿੱਤਣ ਤੋਂ ਬਾਅਦ, ਤਾਂ ਇੱਕ ਨਵੇਂ ਪੰਜਾਬ ਦੀ ਸਿਰਜਣਾ ਹੋਊਗੀ। ਹੁਣ ਤੁਸੀਂ ਹਿਸਾਬ ਲਾ ਲਓ ਵੀ ਰੱਦ ਤਾਂ ਅਸੀਂ ਇਕੱਲੇ ਬਿੱਲ ਕਰਾਉਣ ਆਏ ਸੀਗੇ, ਅਸੀਂ ਪ੍ਰਾਪਤ ਕੀ ਕੁਝ ਕਰ ਲਿਆ। ਮੈਨੂੰ ਲੱਗਦਾ ਵੀ ਐ ਸਿਰ ਜੋੜ ਕੇ ਅਸੀਂ ਕਦੇ ਆਪਦੇ ਬਜ਼ੁਰਗਾਂ ਨਾਲ ਬੈਠੇ ਹੀ ਨਹੀਂ ਸੀਗੇ। ਜਿਹੜਾ ਇੱਕ ਜਨਰੇਸ਼ਨ ਗੈਪ ਆਇਆ ਹੋਇਆ ਸੀਗਾ ਪਿਛਲੇ ਸਮਿਆਂ ਦੇ ਵਿੱਚ, ਜਦੋਂ ਟੈਕਨੋਲੋਜੀ ਆ ਗਈ ਖੇਤੀ ਦੇ ਵਿੱਚ, ਨੌਜਵਾਨਾਂ ਨੂੰ ਲੱਗਣ ਲੱਗ ਗਿਆ ਸਾਨੂੰ ਬਜ਼ੁਰਗਾਂ ਦੀ ਲੋੜ ਹੀ ਨਹੀਂ, ਇਹ ਕਿਹੜੇ ਢਾਂਚੇ 'ਚ ਖੇਤੀ ਕਰਦੇ ਸੀ ਪੁਰਾਣੇ 'ਚ, ਸਾਨੂੰ ਕੋਈ ਲੋੜ ਹੀ ਨਹੀਂ, ਅਸੀਂ ਆਪਦੇ ਢਾਂਚੇ ਨਾਲ ਖੇਤੀ ਕਰਾਂਗੇ, ਅਸੀਂ ਆਪਦੇ ਤੌਰ ਤਰੀਕੇ ਵਰਤਾਂਗੇ ਨਾ। ਸੋ ਕਿਤੇ ਨਾ ਕਿਤੇ ਇੱਕ ਜਨਰੇਸ਼ਨ ਗੈਪ ਜਿਹੜਾ ਹੁਣ ਤੱਕ ਅਧਾਰਿਆਂ ਨੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਸੱਤਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀਗੀ, ਅੱਜ ਮੈਨੂੰ ਲੱਗਦਾ ਵੀ ਸਿਆਣੇ ਨਿਆਣੇ ਵੀਰ ਬਜ਼ੁਰਗ ਮਾਤਾਵਾਂ ਸਾਰੇ ਸਿਰ ਜੋੜ ਕੇ ਇੱਕ ਸਭਾ 'ਚ ਬਹਿੰਦੇ ਨੇ, ਗੱਲਾਂ ਬਾਤਾਂ ਕਰਦੇ ਆ। ਬਸ ਆਹੀ ਚੀਜ਼ ਸੀਗੀ, ਜਦੋਂ ਜਾ ਚੀਜ਼ ਹੋ ਗਈ ਤਾਂ ਮੈਂ ਗਰੰਟੀ ਦਿੰਦਾ ਵੀ 26 ਨੂੰ ਵੀ ਹੁਣ ਕੁਝ ਗਲਤ ਨਹੀਂ ਹੋਊਗਾ। ਕਾਰਨ ਪਤਾ ਕੀ ਆ, ਇਹ ਸਾਰਿਆਂ ਦੇ ਅੰਦਰ ਚੇਤਨਤਾ ਹੈਗੀ ਆ, ਸਾਰਿਆਂ ਦੇ ਅੰਦਰ ਪੂਰਨ ਰੂਪ 'ਚ ਚੇਤਨ ਨੇ ਸਾਰੇ ਲੋਕ। ਸੁਪਰੀਮ ਕੋਰਟ ਨੂੰ ਕਹਿਣਾ ਪੈ ਗਿਆ ਕਿ ਇੱਕ ਸ਼ਾਂਤਮਈ ਜਿਹੜਾ ਪ੍ਰੋਟੈਸਟ ਹੈ, ਔਰ ਲੱਖਾਂ ਦੀ ਗਿਣਤੀ 'ਚ ਹੁਣ ਤੱਕ ਦਾ ਸਭ ਤੋਂ ਵੱਡਾ, ਕਿਤਾਬਾਂ 'ਚ ਹੀ ਪੜ੍ਹਦੇ ਸੀ, ਤੇ ਸਾਡੇ ਲਈ ਇਤਿਹਾਸ, ਇਹ ਤਾਂ ਸਾਡੇ ਆਉਣ ਵਾਲੀਆਂ ਜਨਰੇਸ਼ਨਾਂ, ਜਿਹੜੇ ਆਉਣ ਵਾਲੇ ਬੱਚਿਆਂ ਲਈ ਨਾ ਅਸੀਂ ਇੱਕ ਸਿਲੇਬਸ ਦੇ ਕੇ ਚੱਲੇ ਹਾਂ ਕਿ ਸਾਨੂੰ ਵੀ ਬਜ਼ੁਰਗਾਂ 'ਚ ਨਾਂ ਦਰਜ ਹੋਊਗਾ। ਜਿਹੜੇ ਆਉਣ ਵਾਲੀਆਂ ਜਨਰੇਸ਼ਨਾਂ ਹੋਣਗੀਆਂ, ਹੁਣ ਤੋਂ ਦੂਜੀ ਤੀਜੀ ਪੀੜ੍ਹੀ ਹੋਊਗੀ, ਉਹਨਾਂ ਦੇ ਅਸੀਂ ਬਜ਼ੁਰਗ ਹੋਵਾਂਗੇ, ਤੇ ਸਾਡੀਆਂ ਜਿਹੜੀਆਂ ਰੂਹਾਂ ਹੋਣਗੀਆਂ ਉਸ ਟਾਈਮ ਅਸੀਂ ਦੁਨੀਆ ਤੇ ਨਹੀਂ ਹੋਵਾਂਗੇ, ਸਾਡੀਆਂ ਰੂਹਾਂ ਕਹਿਣਗੀਆਂ ਕਿ ਅਸੀਂ ਆਪਦੇ ਬੱਚਿਆਂ ਨੂੰ ਕੁਝ ਦੇ ਕੇ ਗਏ ਹਾਂ, ਸਾਡੇ ਲਈ ਮਾਣ ਵਾਲੀ ਗੱਲ ਹੋਊਗੀ। ਤਾਂ ਇਹ ਸਨ ਕਨਵਰ ਗਰੇਵਾਲ ਔਰ ਹਰਫ ਚੀਮਾ ਤੇ ਗਲ ਬੜੈਲ, ਜਿਨ੍ਹਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਕਿ ਹਮੇਸ਼ਾ ਹੀ ਇਹਨਾਂ ਨੇ ਨੌਜਵਾਨੀ ਦੀ ਅਗਵਾਈ ਕੀਤੀ, ਔਰ ਖਾਸ ਤੌਰ ਦੇ ਉੱਪਰ ਇਸ ਕਿਸਾਨੀ ਧਰਨੇ ਨੂੰ ਲੈ ਕੇ ਇਹਨਾਂ ਨੇ ਹਮੇਸ਼ਾ ਹੀ ਪੱਬਾਂ ਭਾਰ ਹੋ ਕੇ ਅੱਗੇ ਆਏ ਨੇ, ਔਰ ਨੌਜਵਾਨਾਂ ਨੂੰ ਸਹੀ ਸੇਧ ਦਿਖਾਈ, ਔਰ ਇਹਨਾਂ ਨੇ ਮੈਸੇਜ ਵੀ ਦਿੱਤਾ ਕਿ ਆਉਣ ਵਾਲੀ 26 ਤਰੀਕ ਨੂੰ ਜਿਹੜਾ ਵੀ ਟਰੈਕਟਰ ਮਾਰਚ ਕੱਢਿਆ ਜਾਊਗਾ, ਜਾਂ ਜਿਸ ਤਰੀਕੇ ਨਾਲ ਵੀ ਜਿਹੜੇ ਕਿਸਾਨ ਆਗੂ ਨੇ ਇਹਨਾਂ ਨੂੰ ਨਿਰਦੇਸ਼ ਦੇਣਗੇ, ਉਸ ਤਰੀਕੇ ਦੇ ਨਾਲ ਹੀ ਉਹ ਸ਼ਾਂਤਮਈ ਇੱਕ ਡਿਸਪਲਿਨ ਦੇ ਵਿੱਚ ਰਹਿ ਕੇ ਉਹ ਸ਼ਾਂਤੀ ਮਾਰਚ ਕੱਢਿਆ ਜਾਊਗਾ। ਔਰ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਤੱਕ ਇਹ ਕਿਸਾਨ ਅੰਦੋਲਨ ਆਪਣੇ ਅੰਜਾਮ ਤੱਕ ਵਧਿਆ ਜਾਂ ਇੱਥੇ ਤੱਕ ਪਹੁੰਚਿਆ ਸ਼ਾਂਤਮਈ ਢੰਗ ਦੇ ਨਾਲ, ਉਸੇ ਤਰੀਕੇ ਦੇ ਨਾਲ ਹੀ ਇਸ ਨੂੰ ਅੱਗੇ ਵੀ ਜਾਰੀ ਰੱਖਣਾ ਹੈ। ਕੈਮਰਾਮੈਨ ਸੰਦੀਪ ਦੇ ਨਾਲ ਭੁੱਲਰਜੀਤ ਸਿੰਘ, ਨਿਊਜ਼ 18 ਪੰਜਾਬ, ਟਿਕਰੀ ਬਾਰਡਰ। ਤਾਂ ਗਾਇਕ ਕਲਾਕਾਰ ਵੱਡੇ ਪੱਧਰ ਤੇ